सलामकुम दोस्तों, क्या हाल चाल ने? ठीक हो भाईजान? गल की ये कि जिन लोगों ने पहली गल तो हैगी है कि इन्हें सूद हलाल करार दिता है, वो इस तरीके हलाल करार दिता है जी। 50,000 की चीज़ 60,000 70,000 ही ले लो और उन्हें किस्त भरी रखो। वो जनाब वो समझ ले किराया आ गया, किराए के मुताबिक वो जनाब हलाल हो गया। समझ ले तुसीं किराया देंदे पे जी। चलो मैं गल मन लेना, चलो ये इवें ते इवें सही। एक मकान बंदा किराएदार बंदा मकान ले लैंदा है किराए ते लैंदा है, ठीक है जी। मैं इहदा किराया देना है, वो किराया दिंदा है। मकान हुंदा है 50 लख दा 60 लख दा या कोई 5 लख दा, ठीक है। उंदे जो बैठा हुंदा है ਉਹ जनाब आदि महीने ਦੇ महीने आदि किस्त ਦਿੰਦਾ ਰਹਿੰਦਾ। ਸਮਝ ਲੈ ਕੇ ਉਹ ਦਿੰਦਾ ਰਹਿੰਦਾ ਹੈ ਜਨਾਬ, ਆਦਿ ਕਿਰਾਇਆ ਦਿੰਦਾ ਰਹਿੰਦਾ। ਜਿਹੜਾ ਮੁੱਕ ਜਾਂਦਾ 5,000 ਮੁੱਕ ਜਾਵੇ 10,000 ਮੁੱਕ ਜਾਵੇ, ਉਹ ਆਦਿ ਦਿੰਦਾ ਰਹਿੰਦਾ ਹੈ। ਤੇ ਜਦੋਂ ਉਹਦੇ ਮਕਾਨ ਦੇ ਪੈਸੇ ਬਰਾਬਰ ਹੋ ਕੇ ਕਰਨ ਤੇ ਫਿਰ ਉਹ ਚੀਜ਼ ਮਾਲਕ ਮਕਾਨ ਫਿਰ ਉਹਨੂੰ ਦੇ ਦਿੱਤੀ ਕਰੇ। ਆਖੇ ਹੁਣੇ ਤੇਰਾ ਹੀ ਹੋ ਗਏ, ਤੇਰੇ ਪੈਸੇ ਪੂਰੇ ਹੋ ਗਏ, ਤੂੰ ਮੈਂ 5 ਲੱਖ ਦਾ ਲਿਆ, ਤੂੰ 5 ਲੱਖ ਪੂਰਾ ਕਰ ਦਿੱਤਾ ਹੈ, ਇਹ ਹੁਣ ਤੇਰਾ ਹੈ, ਠੀਕ ਹੈ। ਅਗਰ ਇਹ ਇਸ ਤਰੀਕੇ ਨਹੀਂ ਕਰ ਸਕਦੇ ਤੇ ਮੁੜ ਮੇਰਾ ਵੀਰ ਉਹ ਸੂਦ ਹੀ ਹੈ, ਠੀਕ ਹੈ। ਕੋਈ ਦੁਕਾਨ ਕਿਰਾਏ ਤੇ ਲੈ ਲੈਂਦਾ, ਕਿਹੜੀਆਂ ਮਾਰਕੀਟ ਵਿੱਚ ਦੁਕਾਨਾਂ ਆਉਂਦੀਆਂ ਸਭ ਕਿਰਾਏ ਤੇ ਚੜੀਆਂ ਆਉਂਦੀਆਂ ਨੇ। ਫਿਰ ਅੜ ਤੇ ਉਹ ਸਾਰੇ ਮਕਾਨ ਜਿਹੜੇ ਕਿਰਾਏਦਾਰ ਨੇ ਉਹ ਮਾਲਕ ਬਣ ਜਾਵਣ। ਜੇਕਰ ਇਹ ਸੂਦ ਨੂੰ ਇਹਨਾਂ ਨੇ ਇਸ ਤਰੀਕੇ ਹਲਾਲ ਕੀਤਾ ਤੇ ਮੁੜ ਉਹ ਸਾਰੇ ਮਕਾਨ ਉਹ ਦੁਕਾਨਾਂ ਦੇ ਮਾਲਕ ਬਣ ਜਾਣ, ਮਕਾਨਾਂ ਦੇ ਮਾਲਕ ਬਣ ਜਾਣ ਕਿਰਾਏਦਾਰ, ਠੀਕ ਹੈ। ਤੇ ਇਹ ਕਿਹੜਾ ਇਹਨਾਂ ਨਿਜ਼ਾਮ ਕੱਢਿਆ ਜਨਾਬ? ਉਹ ਕਿਸ਼ਤਾਂ ਦੇ ਚੀਜ਼ ਦੇਣੀ ਉਹ ਸੂਦ ਨਹੀਂ ਹੈ ਜੀ, ਉਹ ਹਲਾਲ ਹੈ ਤੇ ਉਹ ਫਲਾਣਾ ਹਰਾਮ ਹੈ। ਪੈਸੇ ਨਾਲ ਪੈਸਾ ਵਟਾਇਆ ਜਾਏ ਤਾਂ ਹਰਾਮ ਹੈ, ਕਿ ਉਹ ਚੀਜ਼ ਪੈਸਿਆਂ ਨਾਲ ਨਹੀਂ ਆਉਂਦੀ ਹੈ। ਗੱਲ ਤਾਂ ਇਹ ਹੈ ਨਾ ਕਿ ਉਹ ਚੀਜ਼ ਪੈਸਿਆਂ ਨਾਲ ਨਹੀਂ ਆਉਂਦੀ। ਜਾਂ ਫਿਰ ਇਹਨਾਂ ਨੂੰ ਇਸੇ ਗੱਲੋਂ ਮੈਂ ਕਹਿੰਦਾ ਕਿ ਇਹਨਾਂ ਨੂੰ ਕੋਈ 50,000 60,000 ਕੋਈ 10-20,000 ਰੁਪਈਆ ਵੀ ਦੇ ਦਿਓ ਨਾ ਇਹਨਾਂ ਮੌਲਵੀਆਂ ਨੂੰ, ਤੇ ਇਹ ਆਦਾ ਈਮਾਨ ਬਦਲ ਜਾਂਦੇ ਨੇ। ਇਹ ਜਿਹੜੇ ਮਸਜਿਦ ਦਾ ਅਦਬ ਦਾ ਖਿਆਲ ਨਹੀਂ ਰੱਖ ਸਕਦੇ, ਮਸਜਿਦ ਵਿੱਚ ਬਹਿ ਤੇ ਅੱਲਾ ਦੇ ਘਰੇ ਬਹਿ ਤੇ ਦੁਨਿਆਵੀ ਗੱਲਾਂ ਕਰਨ ਨੂੰ ਇਹ ਨਹੀਂ ਹਟ ਸਕਦੇ, ਠੀਕ ਹੈ। ਇਹ ਤੁਹਾਨੂੰ ਸਿੱਧਾ ਰਸਤਾ ਮੇਰਾ ਵੀਰ ਨਹੀਂ ਵਿਖਾ ਸਕਦੇ। ਤੇ ਇਸੇ ਗੱਲੋਂ ਅੱਲਾ ਤੋਂ ਡਰਦੇ ਰਹੋ। ਅੱਲਾ ਇੱਕ, ਉਹਦਾ ਕੋਈ ਸ਼ਰੀਕ ਨਹੀਂ, ਬਸ ਉਹੀ ਇਬਾਦਤ ਕੇ ਲਾਇਕ ਹੈ। ਤੇ ਮੇਰਾ ਵੀਰ ਕਿਸ਼ਤਾਂ ਦੀ ਚੀਜ਼ ਲੈਣੀ ਵੀ ਸੂਦ ਜੇ। ਅੱਜ ਮੈਂ ਤੁਹਾਨੂੰ ਵਾਜ਼ਿਆ ਦੱਸਦਾ ਪਿਆ ਜੇ ਕੋਈ ਸੂਦ ਜੇ। ਲੇਕਿਨ ਅੱਲਾ ਦਾ ਕੁਰਾਨ ਖੁਦ ਪੜ੍ਹੋ। ਜਿੰਨੀ ਦੇਰ ਤੁਸੀਂ ਖੁਦ ਤਰਜਮੇ ਨਾਲ ਅੱਲਾ ਦਾ ਕੁਰਾਨ ਨਹੀਂ ਪੜ੍ਹੋਗੇ ਤੁਹਾਨੂੰ ਨਹੀਂ ਸਮਝ ਆਏਗੀ ਕਿ ਇਹ ਕਿਹੜੇ ਫਿਰਕਿਆਂ 'ਚ ਵੰਡ ਦਿੱਤਾ। ਅੱਲਾ ਤਾਲਾ ਨੇ ਫਿਰਕਿਆਂ 'ਚ ਵੀ ਰੋਕਿਆ ਹੈ ਔਰ ਇਹ ਫਿਰਕਿਆਂ 'ਚ ਵੰਡੇਗਾ। ਇਹਨਾਂ ਵੰਡ ਦਿੱਤਾ ਸਭ ਨੂੰ, ਇਹਨਾਂ ਜ਼ਲੀਲ ਖੁਆਰ ਕਰ ਦਿੱਤਾ ਹੈ। ਜਜ਼ਾਕ ਅੱਲਾ।